हाँ जी स्टूडेंट्स, ਅਸੀਂ ਹੁਣ ਕਰਾਂਗੇ ਸਿੱਖਿਆ ਲਿਖਤ ਦੀ ਸੰਰਚਨਾ, ਸਟਰਕਚਰ ਆਫ ਐਜੂਕੇਸ਼ਨਲ ਰਾਈਟਿੰਗ। ਇੱਕ ਸਿੱਖਿਆ ਲਿਖਤ ਨੂੰ ਇੱਕ ਪੈਟਰਨ ਜਾਂ ਸੰਰਚਨਾ ਦੀ ਪਾਲਣਾ ਕਰਨੀ ਚਾਹੀਦੀ, ਇੱਕ ਸਟਰਕਚਰ ਬਣਿਆ ਹੁੰਦਾ, ਉਸ ਦੇ ਅੰਡਰ ਹੀ ਅਸੀਂ ਜਿਹੜੇ ਐਜੂਕੇਸ਼ਨਲ ਰਾਈਟਿੰਗਸ ਨੇ ਉਹ ਕਰ ਸਕਦੇ ਹਾਂ। ਸੁਤੇ ਸਿੱਧ ਜਾਂ ਵੈਸੇ ਹੀ ਅਸੀਂ ਗੈਰ ਜ਼ਿੰਮੇਦਾਰਾਨਾ ਢੰਗ ਨਾਲ ਅਸੀਂ ਇਹਨਾਂ ਲਿਖਤਾਂ ਨੂੰ ਨਹੀਂ ਲਿਖ ਸਕਦੇ। ਤਾਂ ਇਹਦੇ ਲਈ ਅਸੀਂ ਦੋ ਚੀਜ਼ਾਂ ਦੇਖਾਂਗੇ। ਇੱਕ ਤਾਂ ਪਹਿਲੇ ਨੰਬਰ 'ਤੇ ਦੇਖਾਂਗੇ ਓਵਰਆਲ ਸਟਰਕਚਰ, ਸੰਪੂਰਨ ਸਮੁੱਚੀ ਸੰਰਚਨਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਟਾਈਟਲ, ਸਿਰਲੇਖ। ਲਿਖਤ ਦਾ ਸਿਰਲੇਖ ਸਿੱਧਾ ਅਤੇ ਸਪਸ਼ਟ ਹੋਣਾ ਚਾਹੀਦਾ ਹੈ। ਇਹ ਲਿਖਤ ਦੇ ਵਿਸ਼ੇ ਵਸਤੂ ਨੂੰ ਸਪਸ਼ਟ ਬਿਆਨ ਕਰਨ ਵਾਲਾ ਹੋਣਾ ਚਾਹੀਦਾ ਹੈ। ਫਿਰ ਹੈਗਾ ਸਾਰਾਂਸ਼, ਅਬਸਟਰੈਕਟ, ਛੋਟਾ ਸਾਰ ਹੋਣਾ ਚਾਹੀਦਾ ਲਿਖਤ ਦਾ, ਇੱਕ ਨਾਲ ਅਬਸਟਰੈਕਟ ਹੈ ਜਿਹੜਾ ਉਹ ਦੇਣਾ ਜ਼ਰੂਰੀ ਹੈ। ਫਿਰ ਹੈ ਪ੍ਰਮੁੱਖ ਸ਼ਬਦਾਂ ਦੀ ਸੂਚੀ। ਇੱਥੇ ਸਟੈਪਸ ਤੋਂ ਤੁਸੀਂ ਇਹ ਮਤਲਬ ਕਿ ਸਿਰਲੇਖ ਦੇਣਾ ਜ਼ਰੂਰੀ ਆ, ਇੱਕ ਸਾਰਾਂਸ਼ ਦੇਣਾ ਵੀ ਜ਼ਰੂਰੀ ਆ। ਲਿਖਤ ਤਾਂ ਹੈਗੀ ਆ, ਉਸ ਤੋਂ ਬਾਅਦ ਪ੍ਰਮੁੱਖ ਸ਼ਬਦਾਂ ਦੀ ਸੂਚੀ ਵੀ ਦੇਣੀ ਜ਼ਰੂਰੀ ਆ, ਕੀਵਰਡਸ ਦੀ ਲਿਸਟ। ਇਹ ਵਿਸ਼ੇ ਖੇਤਰ ਦੇ ਹੋਰ ਖੋਜਕਾਰਾਂ ਦੀ ਲੇਖ ਲੱਭਣ ਵਿੱਚ ਅੰਦਰੂਨੀ ਤੇ ਲਾਇਬ੍ਰੇਰੀ ਖੋਜ ਇੰਜਣ ਦੇ ਪ੍ਰਯੋਗ ਰਾਹੀਂ ਮਦਦ ਕਰਦੀ ਹੈ। ਫਿਰ ਹੈਗਾ ਜਾਣ ਪਹਿਚਾਣ, ਉਸ ਤੋਂ ਬਾਅਦ ਇੰਟਰੋਡਕਸ਼ਨ ਦੇਣੀ ਵੀ ਜ਼ਰੂਰੀ ਹੈ। ਲਿਖਤ ਦੀ ਸੰਰਚਨਾ ਦੀ ਰੂਪ ਰੇਖਾ ਅਤੇ ਉਸਦੇ ਉਦੇਸ਼ਾਂ ਦੀ ਵਿਆਖਿਆ ਕਰਨੀ ਹੈ ਇਸ ਦੇ ਵਿੱਚ। ਫਿਰ ਹੈਗਾ ਮੇਨ ਬੋਡੀ, ਇਸ ਵਿੱਚ ਲਿਖਤ ਦਾ ਤਰਕ ਤੇ ਸਹਾਇਕ ਸਬੂਤ ਪੇਸ਼ ਕੀਤੇ ਜਾਂਦੇ ਨੇ, ਜਿਨ੍ਹਾਂ ਨੂੰ ਕਈ ਸੈਕਸ਼ਨਾਂ ਵਿੱਚ ਵੰਡਿਆ ਜਾਂਦਾ ਹੈ। ਫਿਰ ਹੈਗਾ ਸਾਡੇ ਕੋਲ ਸਟੈਪ ਪਰਿਣਾਮ, ਕਨਕਲੂਜ਼ਨ। ਲਿਖਤ ਦਾ ਸਾਰ, ਇਸ ਲਿਖਤ ਵਿੱਚ ਲੈ ਕੇ ਵਿਸ਼ੇ ਨੂੰ ਅੱਗੇ ਸਮਝਾਉਣ ਵਿੱਚ ਕੀ ਯੋਗਦਾਨ ਪਾਇਆ ਹੈ। ਤਾਂ ਅੱਗੇ ਅਸੀਂ ਆਪਣਾ ਇਹ ਉਹ ਕਰਾਂਗੇ ਕਿ ਅਸੀਂ ਇਸ ਲਿਖਤ ਨੂੰ ਕਿਉਂ ਚੁਣਿਆ, ਜਾਂ ਅਸੀਂ ਕਿਉਂ ਲਿਖ ਰਹੇ ਹਾਂ, ਜਾਂ ਅਸੀਂ ਕੀ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਫਿਰ ਨੋਟਸ, ਕੋਈ ਵੀ ਹੋਰ ਵਧੇਕ ਜਾਣਕਾਰੀ ਸੂਚਨਾ ਦੇ ਪਾਠ ਪ੍ਰਧਾਨ ਭਾਗ ਵਿੱਚ ਨਹੀਂ ਆ ਸਕੀ ਤਾਂ ਉਹਦੇ ਲਈ ਅਸੀਂ ਨੋਟਸ ਵੀ ਪ੍ਰੋਵਾਈਡ, ਰੈਫਰੈਂਸਿਸ ਵੀ ਪ੍ਰੋਵਾਈਡ ਕਰ ਸਕਦੇ ਹਾਂ, ਨੋਟਸ ਵੀ ਪ੍ਰੋਵਾਈਡ ਕਰ ਸਕਦੇ ਹਾਂ। ਫਿਰ ਹੈਗਾ ਪੁਸਤਕ ਸੂਚੀ, ਸੰਦਰਭਿਕਾ, ਬਿਬਲੀਓਗ੍ਰਾਫੀ। ਲਿਖਤਾਂ ਵਿੱਚ ਵਰਤੇ ਗਏ ਸਰੋਤਾਂ ਦੀ ਕ੍ਰਮਿਕ ਸੂਚੀ, ਕਿ ਕਿਹੜੇ ਸਰੋਤਾਂ ਤੋਂ ਅਸੀਂ ਇਹ ਡਾਟਾ ਇਕੱਠਾ ਕੀਤਾ, ਫੈਕਟ ਇਕੱਠੇ ਕੀਤੇ ਨੇ, ਕਿਹੜੀਆਂ ਜਿਹੜੀਆਂ ਪੁਸਤਕਾਂ ਨੇ ਉਹਨਾਂ ਦੇ ਵਿੱਚੋਂ ਅਸੀਂ ਆਪਣਾ ਮਟੀਰੀਅਲ ਲਿਆਏ, ਉਹ ਚੀਜ਼ ਦੀ ਜਾਣਕਾਰੀ ਵੀ ਜ਼ਰੂਰੀ ਹੈ। ਤਾਂ ਇਹ 8 ਸਟੈਪ ਨੇ ਜਿਹੜੇ ਇਹ ਹੈਗੇ ਨੇ ਓਵਰਆਲ ਸਟਰਕਚਰ ਦੇ। ਅੱਗੇ ਹੈਗਾ ਵਿਆਖਿਆਵਾਂ ਅਤੇ ਸਪਸ਼ਟੀਕਰਨ। ਹੁਣ ਇਹਨਾਂ ਹੀ ਸਟੈਪਸ ਦੇ ਵਿੱਚ ਵਿਆਖਿਆਵਾਂ ਅਸੀਂ ਕਰਦੇ ਹਾਂ, ਕਿਉਂਕਿ ਇਸ ਕੁਐਸਚਨ ਦੇ ਵਿੱਚ 2 ਹੈਡਿੰਗ ਨੇ ਮੇਨ, ਅੱਗੇ ਸਬ ਹੈਡਿੰਗ ਨੇ। ਜਾਣ ਪਛਾਣ ਵਿੱਚ ਪ੍ਰਵੇਸ਼ਿਕਾ ਵਿੱਚ ਲੇਖਕ ਦਾ ਧਿਆਨ ਲਿਖਤ ਵੱਲ ਖਿੱਚਦਾ ਹੈ ਅਤੇ ਚੁਣੇ ਗਏ ਵਿਸ਼ੇ ਸੰਬੰਧੀ ਸੰਖੇਪ ਜਾਣਕਾਰੀ ਹੈ। ਇਸ ਕੰਮ ਲਈ ਹੇਠ ਲਿਖੇ ਢੰਗਾਂ ਨਾਲ ਜਾਣ ਪਛਾਣ ਆਰੰਭ ਕੀਤੀ ਜਾ ਸਕਦੀ ਹੈ। ਇੱਥੇ ਸਾਡੇ ਕੋਲ ਐਕਸਪਲੇਨੇਸ਼ਨ ਆ, ਅਸੀਂ ਦੱਸ ਸਕਦੇ ਹਾਂ ਕਿ ਕਿਸ ਢੰਗ ਨਾਲ ਕਿਵੇਂ ਕੀ ਹੋ ਸਕਦਾ ਹੈ। ਕੁਝ ਪ੍ਰਸ਼ਨ ਪੁੱਛ ਕੇ ਵੀ ਜਿਹੜਾ ਇਹ ਇੰਟਰੋਡਕਸ਼ਨ ਹੋ ਸਕਦੀ ਹੈ। ਵਿਅਕਤੀ ਜਾਂ ਪ੍ਰਸਿੱਧ ਲਿਖਤ ਵਿੱਚੋਂ ਕੋਈ ਤੁਕ ਦੇ ਕੇ ਵੀ ਹੋ ਸਕਦੀ ਹੈ। ਕੁਝ ਦਿਲਚਸਪ ਤੱਥ ਜਾਂ ਸੂਚਨਾਵਾਂ ਦੇ ਕੇ ਵੀ ਹੋ ਸਕਦੀ ਹੈ। ਲਿਖਤ ਨਾਲ ਸੰਬੰਧਿਤ ਮਹੱਤਵਪੂਰਨ ਮੁੱਦੇ ਦੀ ਪਰਿਭਾਸ਼ਾ ਦੇ ਕੇ ਵੀ ਜਿਹੜੀ ਆ ਇੰਟਰੋਡਕਸ਼ਨ ਹੋ ਸਕਦੀ ਹੈ। ਫਿਰ ਹੈਗਾ ਲਿਖਤ ਦਾ ਮੁੱਖ ਭਾਗ, ਬਾਡੀ ਆਫ ਦਾ ਐਸੇ। ਲਿਖਤ ਦੇ ਮੁੱਖ ਭਾਗ ਵਿੱਚ ਕੀ ਹੁੰਦਾ, ਇਸ ਵਿੱਚ ਪੈਰੇ ਸਪਸ਼ਟ ਤੇ ਸਿੱਧੇ ਹੋਣੇ ਚਾਹੀਦੇ ਨੇ, ਉਹਨਾਂ ਨੂੰ ਤਾਰਕਿਕ ਕ੍ਰਮ ਵਿੱਚ ਲੜੀਬੱਧ ਕੀਤਾ ਜਾਣਾ ਚਾਹੀਦਾ ਹੈ। ਇਹ ਕ੍ਰਮ ਕਾਲ ਅਨੁਸਾਰ ਜਾਂ ਮਹੱਤਤਾ ਦੇ ਕ੍ਰਮ ਅਨੁਸਾਰ ਬਣਾਇਆ ਜਾ ਸਕਦਾ ਹੈ। ਹਰੇਕ ਨਵੇਂ ਪੈਰੇ ਦਾ ਪਹਿਲਾ ਵਾਕ ਉਸ ਤੋਂ ਪਹਿਲੇ ਪੈਰੇ ਨਾਲ ਸੰਬੰਧਿਤ ਹੋਣਾ ਚਾਹੀਦਾ ਹੈ ਤੇ ਸਾਰਾ ਸੈਕਸ਼ਨ ਇੱਕ ਪੱਧਰੀ ਚਾਲੇ ਤੁਰਿਆ ਜਾਣਾ ਚਾਹੀਦਾ ਹੈ। ਹਰੇਕ ਪੈਰੇ ਵਿੱਚ ਵਾਕਾਂ ਦੀ ਚਾਲ ਵਿਸ਼ੇ ਦੀ ਵਿਆਖਿਆ ਦੇ ਨਾਲ ਚੱਲਣੀ ਚਾਹੀਦੀ ਹੈ। ਇਹਨਾਂ ਦਾ ਸੰਯੋਗ ਮਹੱਤਵਪੂਰਨ ਸ਼ਬਦਾਂ ਦੇ ਦੁਹਰਾ, ਮੁੱਖ ਵਿਸ਼ੇ ਲਈ ਸਮਾਨਾਰਥਕ ਸ਼ਬਦਾਂ ਦੀ ਵਰਤੋਂ ਕਰਕੇ ਅਤੇ ਸੰਕੇਤੀ ਸ਼ਬਦ ਵਰਤ ਕੇ ਵੀ ਕੀਤਾ ਜਾਣਾ ਚਾਹੀਦਾ ਹੈ। ਇਹ ਸੀਗੀ ਮੇਨ ਬੋਡੀ। ਇਹਦੇ ਵਿੱਚ ਸੈਕਸ਼ਨਸ, ਪ੍ਰਵੇਸ਼ਿਕਾ ਪਿੱਛੋਂ ਲਿਖਤ ਦਾ ਪ੍ਰਧਾਨ ਭਾਗ, ਮੇਨ ਬੋਡੀ ਆਰੰਭ ਹੁੰਦਾ ਹੈ। ਲਿਖਤ ਦੇ ਪ੍ਰਧਾਨ ਭਾਗ ਨੂੰ ਵੱਖ-ਵੱਖ ਸੈਕਸ਼ਨਾਂ ਵਿੱਚ ਵੰਡਣ ਨਾਲ ਲਿਖਤ ਦੀ ਸੰਰਚਨਾ ਪਾਠਕ ਨੂੰ ਵਧੇਰੇ ਚੰਗੀ ਤਰ੍ਹਾਂ ਸਪਸ਼ਟ
ਸਮਝ ਲੱਗਦੀ ਹੈ। ਦੇਖੋ ਅਸੀਂ ਜਦੋਂ ਓਵਰਆਲ ਇੱਕ ਐਸੇ ਪੜ੍ਹਦੇ ਹਾਂ ਜਾਂ ਆਰਟੀਕਲ ਪੜ੍ਹਦੇ ਹਾਂ ਸਾਨੂੰ ਥੋੜ੍ਹਾ ਬੋਰਿੰਗ ਲੱਗਦਾ। ਜੇ ਅਸੀਂ ਹੈਡਿੰਗ ਵਾਈਜ਼ ਆਰਟੀਕਲ ਪੜ੍ਹਦੇ ਹਾਂ, ਸੈਕਸ਼ਨ ਵਾਈਜ਼ ਪੜ੍ਹਦੇ ਹਾਂ ਤਾਂ ਸਾਨੂੰ ਇੰਟਰਸਟਿੰਗ ਲੱਗਦਾ ਏ। ਤਾਂ ਅਸੀਂ ਹਰੇਕ ਸੈਕਸ਼ਨ ਜਿਹੜਾ ਏ ਉਸ ਦੇ ਵਿੱਚ ਲਿਖਤ ਨੂੰ ਵੰਡਣ ਦੀ ਕੋਸ਼ਿਸ਼ ਕਰਨੀ ਆ। ਇਸ ਨਾਲ ਲੇਖਕ ਨੂੰ ਜੋ ਕੁਝ ਦੱਸਣਾ ਚਾਹੁੰਦਾ ਹੈ ਬਾਰੇ ਸੰਗਠਿਤ ਕਰਨ ਦੀ ਸਹਾਇਤਾ ਮਿਲਦੀ ਹੈ, ਕਿਉਂਕਿ ਉਹ ਬਾਈਂਡ ਅਪ ਕਰ ਲੈਂਦਾ ਆਪਣਾ ਮਟੀਰੀਅਲ ਕਿ ਇਸ ਸੈਕਸ਼ਨ ਦੇ ਵਿੱਚ ਮੈਂ ਇੰਨਾ ਕਰਨਾ ਹੈ। ਹਰੇਕ ਸੈਕਸ਼ਨ ਵਿੱਚ ਇੱਕ ਸਿਰਲੇਖ ਹੋਣਾ ਚਾਹੀਦਾ ਹੈ। ਇਸ ਨੂੰ ਵੱਡੇ ਅੱਖਰਾਂ ਵਿੱਚ ਲਿਖਣਾ ਚਾਹੀਦਾ ਹੈ। ਸੈਕਸ਼ਨਾਂ ਦੀ ਗਿਣਤੀ ਵਿਸ਼ੇ ਦੀ ਪ੍ਰਕਿਰਤੀ ਤੇ ਲਿਖਤ ਦੀ ਬਣਤਰ ਉੱਤੇ ਨਿਰਭਰ ਕਰਦੀ ਹੈ। ਤਾਂ ਇਹ ਸਾਡਾ ਜਿਹੜਾ ਲਿਖਤ ਦਾ ਮੁੱਖ ਭਾਗ ਆ, ਇਹਦੇ ਅੰਦਰ ਸਬ ਹੈਡਿੰਗ ਨੇ ਸਾਡੇ ਕੋਲ, ਇਹ ਤੁਸੀਂ ਧਿਆਨ ਰੱਖਣਾ ਹੈ। ਕਿਉਂਕਿ ਹੈਡਿੰਗਾਂ ਦੇ ਵਿੱਚ ਹੈਡਿੰਗ ਨੇ ਅਤੇ ਉਹਨਾਂ ਦੇ ਵਿੱਚ ਫਿਰ ਹੈਡਿੰਗ ਨੇ। ਫਿਰ ਪੈਰੇ, ਹਰੇਕ ਸੈਕਸ਼ਨ ਵਿੱਚ ਲਿਖਤ ਕਈ ਪੈਰਿਆਂ ਵਿੱਚ ਹੁੰਦੀ ਹੈ। ਇੱਕ ਪੈਰਾ ਕਈ ਵਾਕਾਂ ਦਾ ਸਮੂਹ ਹੁੰਦਾ ਹੈ ਜਿਸ ਵਿੱਚ ਇੱਕ ਥੀਮ ਹੁੰਦੀ ਹੈ। ਪੈਰੇ ਦੀ ਲੰਬਾਈ ਦੀ ਕੋਈ ਸੀਮਾ ਨਹੀਂ ਹੁੰਦੀ, ਇਹ 1 ਵਾਕ ਤੋਂ ਲੈ ਕੇ 50 ਵਾਕਾਂ ਤੱਕ ਹੋ ਸਕਦੀ ਹੈ। ਫਿਰ ਵੀ ਬਹੁਤ ਲੰਬੇ ਪੈਰੇ ਖਰਾਬ ਸੰਗਠਨ ਦੀ ਨਿਸ਼ਾਨੀ ਮੰਨੇ ਜਾਂਦੇ ਆ, ਕਿਉਂਕਿ ਪੈਰੇ ਬਹੁਤ ਵੱਡੇ ਵੱਡੇ ਨਹੀਂ ਹੋਣੇ ਚਾਹੀਦੇ। ਤਾਂ ਛੋਟੇ ਪੈਰਿਆਂ ਦੇ ਉੱਤੇ ਹੀ ਸਾਨੂੰ ਆਪਣੇ ਜਿਹੜਾ ਲੇਖ ਆ ਜਾਂ ਥੀਮ ਆ ਉਸ ਨੂੰ ਕੇਂਦਰਿਤ ਕੀਤਾ ਜਾਣਾ ਚਾਹੀਦਾ ਹੈ। ਅੱਗੇ ਥਰਡ ਮੇਨ ਪੁਆਇੰਟ ਆ ਜਿਹੜਾ ਐਕਸਪਲੇਨੇਸ਼ਨ ਦਾ, ਅੱਖਰਾਂ ਦੀ ਬਣਾਵਟ ਦੇ ਸੰਗ੍ਰਹਿ, ਫੌਂਟਸ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ। ਹੁਣ ਭਾਸ਼ਾ ਦੇ ਅੱਖਰਾਂ ਦੀ ਬਣਾਵਟ ਚੰਗੀ ਹੋਣੀ ਚਾਹੀਦੀ ਹੈ। ਪੰਜਾਬੀ ਵਿੱਚ ਸਤਲੁਜ, ਅਨਮੋਲ, ਜੋ, ਅਸੀਸ ਆਦਿ ਫੌਂਟ ਵਰਤੇ ਹੋਣੇ ਚਾਹੀਦੇ ਨੇ। ਫੌਂਟ ਜਿਨ੍ਹਾਂ ਵਿੱਚ ਕਿਸੇ ਡਿਜ਼ਾਈਨ ਦੇ ਤੱਤ ਸ਼ਾਮਲ ਹੋਣ ਨਹੀਂ ਵਰਤੇ ਜਾਣੇ ਚਾਹੀਦੇ। ਟੇਢੀ ਵਿੰਗੀ ਰਾਈਟਿੰਗ, ਫੌਂਟ ਪੈਂਫਲੇਟਾਂ ਅਤੇ ਹੋਰ ਸਮੱਗਰੀ ਲਈ ਲਾਭਦਾਇਕ ਹੁੰਦੇ ਨੇ। ਲੰਬੀ ਲਿਖਤ ਲਈ ਲਿਖਤ ਥਕਾਵਟ ਦੇਣ ਵਾਲੀ ਹੋ ਜਾਂਦੀ ਆ। ਜੇ 12 ਪੁਆਇੰਟ ਫੌਂਟ ਲਿਖਤ ਲਈ ਵਧੀਆ ਰਹਿੰਦੀ ਆ। ਕਾਗਜ਼ ਦੇ ਚਾਰੇ ਪਾਸੇ ਹਾਸ਼ੀਆ ਲਗਭਗ 2 ਇੰਚ ਹੋਣਾ ਚਾਹੀਦਾ ਹੈ। ਮੁੱਖ ਲਿਖਤ 1.5 ਦੀ ਦੁੱਗਣੀ ਸਪੇਸ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਤਾਂ ਇਹ ਅੱਖਰਾਂ ਦੀ ਬਣਾਵਟ ਤੇ ਸੰਗ੍ਰਹਿ ਵਿੱਚ ਆਊਗਾ। ਉਸ ਤੋਂ ਬਾਅਦ ਆਉਂਦਾ ਹੈ ਪਰਿਣਾਮ। ਤਾਂ 4 ਮੇਨ ਪੁਆਇੰਟ ਨੇ ਇਸ ਸੈਕਸ਼ਨ ਦੇ। ਪਰਿਣਾਮ ਦੇ ਵਿੱਚ ਉਹੀ ਚੀਜ਼ ਕਿ ਸਾਰੇ ਮੁੱਖ ਬਿੰਦੂਆਂ ਨੂੰ ਦੁਬਾਰਾ ਤੋਂ ਉਹਨਾਂ ਦਾ ਸਾਰ ਦਿੰਦਾ ਹੈ, ਦੁਬਾਰਾ ਤੋਂ ਉਹਨਾਂ ਦੀ ਐਕਸਪਲੇਨੇਸ਼ਨ ਅਲੱਗ ਵਰਡਿੰਗ ਦੇ ਵਿੱਚ ਕਰਦਾ ਹੈ, ਤਾਂ ਕਿ ਉਹ ਆਪਣਾ ਜਿਹੜਾ ਗੱਲ ਕਹਿਣਾ ਚਾਹੁੰਦਾ ਹੈ ਤਾਂ ਉਹ ਕਹਿ ਸਕੇ। ਤਾਂ ਇਸ ਤਰ੍ਹਾਂ ਨਾਲ ਜਿਹੜਾ ਸਾਡਾ ਇਹ ਕੁਐਸਚਨ ਆ ਸਟਰਕਚਰ ਵਾਲਾ, ਇਹ ਕੰਪਲੀਟ ਹੁੰਦਾ ਹੈ। ਤਾਂ ਇਹਦੇ ਵਿੱਚ ਤੁਸੀਂ ਧਿਆਨ ਰੱਖਣਾ ਹੈ ਕਿ 2 ਮੇਨ ਹੈਡਿੰਗ ਨੇ ਇਹਦੇ ਵਿੱਚ, ਕਿਉਂਕਿ ਤੁਹਾਡੀ ਕਿਤਾਬ ਦੇ ਵਿੱਚ ਕਾਫੀ ਉਲਝਣਬਾਜ਼ੀ ਪਾਈ ਹੋਈ ਆ। ਤਾਂ ਇੱਥੇ 2 ਮੇਨ ਹੈਡਿੰਗ ਨੇ, ਸਟਰਕਚਰ ਦਾ ਅਤੇ ਵਿਆਖਿਆਵਾਂ ਅਤੇ ਸਪਸ਼ਟੀਕਰਨ ਦਾ। ਤਾਂ ਇਹਨਾਂ ਦੇ ਵਿੱਚ ਅੱਗੇ ਹੈਡਿੰਗ ਨੇ। ਤਾਂ ਇਸ ਹਿਸਾਬ ਨਾਲ ਤੁਸੀਂ ਕੁਐਸਚਨ ਅਟੈਂਪਟ ਕਰ ਸਕਦੇ ਹੋ। ਤਾਂ ਇੱਥੇ ਕਿਉਂਕਿ ਪੇਪਰ ਬਹੁਤ ਜ਼ਿਆਦਾ ਔਖਾ ਨਹੀਂ ਹੈਗਾ, ਪਰ ਇੱਕ ਥੋੜ੍ਹਾ ਜਿਹਾ ਜਿਹੜੀ ਸ਼ੇਪ ਆ ਕੁਐਸਚਨਾਂ ਨੂੰ ਉਹ ਬਣਾ ਕੇ ਦੇਣ ਵਾਲੀ ਆ। ਤਾਂ ਅੱਜ ਦੀ ਵੀਡੀਓ 'ਚ ਇੰਨਾ ਹੀ ਕਾਫੀ। ਨੈਕਸਟ ਵੀਡੀਓ ਲੈ ਕੇ ਆਵਾਂਗੇ। ਓਕੇ, ਥੈਂਕਸ।